ਵੈਲਕਮ ਸਟੂਡੈਂਟਸ। ਸਾਡੀ ਅੱਜ ਦੀ ਵੀਡੀਓ ਆ ਜਿਹੜੀ ਨਵਾਂ ਟੌਪਿਕ ਕਵਰ ਕਰੂਗੀ ਨਿਊ ਕਿੰਗਸ ਐਂਡ ਕਿੰਗਡਮਸ। ਅਸੀਂ ਜਾਣਦੇ ਹਾਂ ਪਿਛਲੇ ਟਾਈਮ ਦੇ ਵਿੱਚ ਪੜ੍ਹਿਆ ਅਸੀਂ ਕਿ ਮੱਧਕਾਲੀਨ ਯੁੱਗ ਦੌਰਾਨ ਭਾਰਤ ਵਿੱਚ ਉੱਤਰੀ ਤੇ ਦੱਖਣੀ ਭਾਗਾਂ ਵਿੱਚ ਨਵੇਂ ਰਾਜ ਬਣੇ। ਉਹ ਕਿਹੜੇ-ਕਿਹੜੇ ਨਵੇਂ ਰਾਜ ਤੇ ਰਾਜੇ ਹੋਏ ਨੇ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੁਰਜਰ ਪ੍ਰਤਿਹਾਰ ਵੰਸ਼। ਜਿਹੜਾ ਗੁਰਜਰ ਪ੍ਰਤਿਹਾਰ ਸ਼ਾਸਕ ਰਾਜਸਥਾਨ ਤੇ ਗੁਜਰਾਤ ਦੇ ਹਿੱਸਿਆਂ ਵਿੱਚ ਰਾਜ ਕੀਤਾ ਇਹਨਾਂ ਨੇ। ਨਾਗਾ ਭੱਟ ਪਹਿਲਾ 725 ਈਸਵੀ ਵਿੱਚ ਅਵੰਤੀ ਅਤੇ ਦੱਖਣੀ ਰਾਜਸਥਾਨ ਦੇ ਭਾਗਾਂ ਵਿੱਚ ਪ੍ਰਤਿਹਾਰ ਵੰਸ਼ ਦੀ ਸਥਾਪਨਾ ਕੀਤੀ। ਇਸ ਨੇ ਮੇਹਰਭੋਜ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ। ਉਸਨੇ 836 ਤੋਂ ਲੈ ਕੇ 885 ਈਸਵੀ ਤੱਕ ਰਾਜ ਕੀਤਾ। ਉਸ ਦੇ ਰਾਜਕਾਲ ਵਿੱਚ ਇਹ ਵੰਸ਼ ਆਪਣੀ ਚਰਮ ਸੀਮਾ ਤੇ ਸੀ। ਇਸ ਤੋਂ ਬਾਅਦ ਉਸ ਦਾ ਪੁੱਤਰ ਮਹਿੰਦਰਪਾਲ ਉਸ ਦਾ ਉੱਤਰਾਧਿਕਾਰੀ ਬਣਿਆ। ਉਸਨੇ 885 ਤੋਂ ਲੈ ਕੇ 910 ਈਸਵੀ ਤੱਕ ਰਾਜ ਕੀਤਾ। ਉਹ ਕਲਾ ਤੇ ਸਾਹਿਤ ਦਾ ਪ੍ਰੇਮੀ ਸੀ। ਪ੍ਰਤਿਹਾਰ ਸ਼ਾਸਕ ਰਾਜਪਾਲ ਨੇ 1018 ਤੋਂ ਲੈ ਕੇ 19 ਈਸਵੀ ਤੱਕ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ। ਇਸ ਲਈ ਉਹ ਰਾਜਪੂਤਾਂ ਹੱਥੋਂ ਮਾਰਿਆ ਗਿਆ। ਇਹਦੇ ਨਾਲ ਹੀ ਗੁਰਜਰ ਪ੍ਰਤਿਹਾਰ ਵੰਸ਼ ਸੀਗਾ ਜਿਹੜਾ ਉਹਦਾ ਅੰਤ ਹੋ ਗਿਆ। ਉਸ ਤੋਂ ਬਾਅਦ ਰਾਸ਼ਟਰਕੂਟ ਵੰਸ਼, ਇਹ ਦੱਖਣ ਵਿੱਚ ਰਹਿੰਦੇ ਸਨ। ਦੰਤੀ ਦੁਰਗ ਨੇ 742 ਈਸਵੀ ਵਿੱਚ ਮਹਾਰਾਸ਼ਟਰ ਵਿੱਚ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ। ਇਸ ਦੀ ਮੌਤ ਤੋਂ ਬਾਅਦ ਕ੍ਰਿਸ਼ਨ ਪਹਿਲਾ, ਗੋਬਿੰਦ ਦੂਜਾ, ਧਰੁਵ, ਗੋਬਿੰਦ ਤੀਜਾ, ਅਮੋਘ ਵਰਸ਼ ਤੇ ਕ੍ਰਿਸ਼ਨ ਤੀਜਾ ਆਦਿ ਜਿਹੜੇ ਸੀਗੇ ਵੰਸ਼ ਦੇ ਸ਼ਾਸਕ ਹੋਏ। ਉਹਨਾਂ ਨੇ ਦੱਖਣੀ ਭਾਰਤ ਵਿੱਚ ਚਾਲੁਕਿਆ ਤੇ ਪੱਲਵਾਂ ਨਾਲ ਯੁੱਧ ਲੜੇ। ਉਹਨਾਂ ਨੇ ਕਨੌਜ ਤੇ ਕਬਜ਼ਾ ਕਰਨ ਲਈ ਪਾਲ ਪ੍ਰਤਿਹਾਰ ਸ਼ਾਸਕਾਂ ਨਾਲ ਸੰਘਰਸ਼ ਕੀਤਾ। ਕ੍ਰਿਸ਼ਨ ਤੀਜੇ ਸ਼ਾਸਕ ਦੀ ਮੌਤ ਪਿੱਛੋਂ ਰਾਸ਼ਟਰਕੂਟ ਵੰਸ਼ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਪਾਲ ਵੰਸ਼, ਇਸ ਵੰਸ਼ ਦੇ ਸ਼ਾਸਕਾਂ ਨੇ ਬੰਗਾਲ, ਬਿਹਾਰ, ਝਾਰਖੰਡ ਖੇਤਰ ਤੇ ਰਾਜ ਕੀਤਾ। ਗੋਪਾਲ ਨੇ 750 ਈਸਵੀ ਵਿੱਚ ਬੰਗਾਲ ਤੇ ਬਿਹਾਰ ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ। ਉਸ ਦਾ ਪੁੱਤਰ ਧਰਮਪਾਲ ਇਸ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਉਸਨੇ 770 ਤੋਂ ਲੈ ਕੇ 810 ਈਸਵੀ ਵਿੱਚ ਤੱਕ ਰਾਜ ਕੀਤਾ। ਉਸਨੇ ਬਹੁਤ ਸਾਰੇ ਇਲਾਕੇ ਜਿੱਤੇ, ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕੀਤਾ। ਉਹ ਇੱਕ ਬੋਧੀ ਸੀ। ਉਸਨੇ ਵਿਕਰਮਸ਼ਿਲਾ ਬਿਹਾਰ ਦੀ ਸਥਾਪਨਾ ਕੀਤੀ ਜੋ ਕਿ ਇੱਕ ਮਹਾਨ ਯੂਨੀਵਰਸਿਟੀ ਬਣਿਆ। ਉਸ ਦਾ ਉੱਤਰਾਧਿਕਾਰੀ ਦੇਵਪਾਲ ਵੀ ਇੱਕ ਪ੍ਰਸਿੱਧ ਸ਼ਾਸਕ ਹੋਇਆ। ਪਾਲ ਸ਼ਾਸਕਾਂ ਦੇ ਸ਼ਾਸਨ ਸਮੇਂ ਭਵਨ, ਉਸਾਰੀ, ਚਿੱਤਰਕਾਰੀ, ਸਿੱਖਿਆ, ਸਾਹਿਤ ਦੇ ਖੇਤਰ ਵਿੱਚ ਬਹੁਤ ਉੱਨਤੀ ਹੋਈ। ਭਾਵੇਂ ਪਾਲ ਵੰਸ਼ ਦੇ ਸ਼ਾਸਕ ਬੁੱਧ ਧਰਮ ਦੇ ਅਨੁਯਾਈ ਸਨ, ਪਰੰਤੂ ਹੋਰ ਵੀ ਧਰਮਾਂ ਪ੍ਰਤੀ ਬੜੇ ਉਦਾਰ ਸਨ। ਦੇਵਪਾਲ ਸ਼ਾਸਕ ਬੋਧ ਗਿਆ ਵਿਖੇ ਇੱਕ ਪ੍ਰਸਿੱਧ ਮਹਾਬੋਧੀ ਮੰਦਰ ਬਣਵਾਇਆ। ਉਸ ਦੇ ਅਧੀਨ ਪਾਲ ਵੰਸ਼ ਨੇ ਦੱਖਣੀ ਪੂਰਬੀ ਏਸ਼ੀਆ ਨਾਲ ਵਪਾਰਕ ਸੰਬੰਧ ਸਥਾਪਿਤ ਕੀਤੇ। ਇਸ ਤਰ੍ਹਾਂ ਨਾਲ 12ਵੀਂ ਸਦੀ ਦੇ ਅਖੀਰ ਵਿੱਚ ਇਸ ਵੰਸ਼ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਚੌਹਾਨ ਵੰਸ਼ ਦੀ। ਚੌਹਾਨ ਨੂੰ ਚਾਹਮਾਨ ਵੀ ਕਿਹਾ ਜਾਂਦਾ ਸੀ। ਪ੍ਰਿਥਵੀ ਰਾਜ ਚੌਹਾਨ ਇਸ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਉਸਨੇ 1179 ਤੋਂ ਲੈ ਕੇ 1192 ਈਸਵੀ ਤੱਕ ਰਾਜ ਕੀਤਾ। ਉਸਨੇ ਮੁਹੰਮਦ ਗੌਰੀ ਨੂੰ 1191 ਈਸਵੀ ਵਿੱਚ ਤਰਾਇਨ ਦੀ ਪਹਿਲੀ ਲੜਾਈ ਵਿੱਚ ਹਰਾਇਆ। 1192 ਵਿੱਚ ਤਰਾਇਨ ਦੀ ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਕੋਲੋਂ ਹਾਰ ਜਾਣ ਪਿੱਛੋਂ ਉਹ ਮਾਰਿਆ ਗਿਆ। ਚੰਦ ਬਰਦਾਈ ਨੇ ਆਪਣੀ ਪੁਸਤਕ ਪ੍ਰਿਥਵੀ ਰਾਜ ਰਾਸੋ ਵਿੱਚ ਪ੍ਰਿਥਵੀ ਰਾਜ ਚੌਹਾਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਵਰਣਨ ਕੀਤਾ ਹੈ। ਅੱਗੇ ਰਾਜਪੂਤ ਰਾਜਾ ਹਰਸ਼ ਦੀ ਮੌਤ ਤੋਂ ਪਿੱਛੋਂ ਬਹੁਤ ਸਾਰੇ ਵੱਡੇ ਤੇ ਛੋਟੇ ਰਾਜਾਂ ਵਿੱਚ ਵੰਡਿਆ ਗਿਆ। ਇਹਨਾਂ ਵਿੱਚੋਂ ਬਹੁਤੇ ਰਾਜਾਂ ਤੇ ਰਾਜਪੂਤਾਂ ਦਾ ਰਾਜ ਜਿਹੜਾ ਸੀਗਾ ਆਪਸ ਵਿੱਚ ਉਹ ਲੜਦੇ ਰਹਿੰਦੇ ਸੀ। ਬਹੁਤ ਗਿਣਤੀ ਵਿੱਚ ਸ਼ਾਸਕਾਂ ਵਜੋਂ ਹੋਂਦ ਵਿੱਚ ਆਏ, ਖਤਮ ਹੋਏ, ਦੁਬਾਰਾ ਸਥਾਪਿਤ ਹੋਏ। 8ਵੀਂ ਸਦੀ ਤੇ 13ਵੀਂ ਸਦੀ
ਵਿਚਕਾਰ ਭਾਰਤ ਵਿੱਚ ਬਹੁਤ ਸਾਰੇ ਰਾਜਪੂਤ ਰਾਜ ਸਥਾਪਿਤ ਹੋਏ। ਇਸ ਕਰਕੇ ਇਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਚੌਹਾਨ, ਪਰਮਾਰ, ਗੁਰਜਰ, ਪ੍ਰਤਿਹਾਰ, ਚਾਲੁਕੇ ਅਤੇ ਚੰਦੇਲ ਇਸ ਕਾਲ ਦੇ ਮੁੱਖ ਵੰਸ਼ ਸਨ। ਫਿਰ ਮਹਿਮੂਦ ਗਜ਼ਨਵੀ ਗਜ਼ਨੀ ਰਾਜ ਦਾ ਸ਼ਾਸਕ ਸੀ। ਉਹ ਗਜ਼ਨੀ ਨੂੰ ਉਸ ਖੇਤਰ ਦਾ ਇੱਕ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦਾ ਸੀ। ਇਸ ਲਈ ਉਸ ਨੂੰ ਇੱਕ ਵੱਡੀ ਫੌਜ ਤਿਆਰ ਕਰਨ ਲਈ ਕਾਫੀ ਧਨ ਦੀ ਜ਼ਰੂਰਤ ਸੀ। ਇਸ ਕਰਕੇ ਉਸਨੇ ਧਨ ਇਕੱਠਾ ਕਰਨ ਲਈ ਭਾਰਤ 'ਤੇ ਹਮਲੇ ਕੀਤੇ। ਉਸਨੇ ਭਾਰਤ 'ਤੇ 1025 ਈਸਵੀ ਤੱਕ 17 ਵਾਰ ਹਮਲੇ ਕੀਤੇ। ਮੁਹੰਮਦ ਗੌਰੀ ਸੀਗਾ ਜਿਹੜਾ ਉਹ ਅਫਗਾਨਿਸਤਾਨ ਦੇ ਗੌਰੀ ਰਾਜ ਦਾ ਸ਼ਾਸਕ ਸੀ। ਉਸਨੇ ਭਾਰਤ 'ਤੇ ਹਮਲਾ ਕੀਤਾ, ਪਰੰਤੂ ਉਸਦਾ ਮੰਤਵ ਲੁੱਟ ਖਸੁੱਟ ਕਰਨਾ ਨਹੀਂ ਸੀ। ਉਹ ਭਾਰਤ ਵਿੱਚ ਆਪਣਾ ਸਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ। 1175 ਈਸਵੀ ਵਿੱਚ ਮੁਲਤਾਨ 'ਤੇ ਹਮਲਾ ਕੀਤਾ ਅਤੇ ਇਸ ਨੂੰ ਕਬਜ਼ੇ ਵਿੱਚ ਕਰ ਲਿਆ। ਫਿਰ ਉਹ ਗੁਜਰਾਤ ਵੱਲ ਗਿਆ। ਉੱਥੇ ਸ਼ਾਸਕ ਭੀਮਦੇਵ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਉਸ ਨੂੰ ਕਰਾਰੀ ਹਾਰ ਦਿੱਤੀ। ਬਾਅਦ ਵਿੱਚ ਮੁਹੰਮਦ ਗੌਰੀ ਨੇ ਪੇਸ਼ਾਵਰ, ਸਿਆਲਕੋਟ, ਪੰਜਾਬ 'ਤੇ ਜਿੱਤ ਪ੍ਰਾਪਤ ਕੀਤੀ। 1191 ਈਸਵੀ ਵਿੱਚ ਮੁਹੰਮਦ ਗੌਰੀ ਨੇ ਦਿੱਲੀ, ਅਜਮੇਰ ਦੇ ਸ਼ਾਸਕ ਪ੍ਰਿਥਵੀ ਰਾਜ ਚੌਹਾਨ 'ਤੇ ਹਮਲਾ ਕੀਤਾ। ਉਸਨੇ ਕੰਨੌਜ ਦੇ ਰਾਜਾ ਜੈਚੰਦ ਨੂੰ 1194 ਈਸਵੀ ਵਿੱਚ ਚੰਦਵਾੜਾ ਦੀ ਲੜਾਈ ਵਿੱਚ ਹਰਾ ਦਿੱਤਾ। ਬਾਅਦ ਵਿੱਚ ਉਸਦੀ ਫੌਜ ਨੇ ਗੰਗਾ ਜਮਨਾ ਦੁਆਬ 'ਤੇ ਕਬਜ਼ਾ ਕਰ ਲਿਆ। ਜਲਦੀ ਹੀ ਉਸਨੇ ਭਾਰਤ ਵਿੱਚ ਇੱਕ ਵਿਸ਼ਾਲ ਸਮਰਾਜ ਸਥਾਪਿਤ ਕਰ ਲਿਆ। ਉਹ ਭਾਰਤ ਵਿੱਚ ਤੁਰਕ ਸਾਮਰਾਜ ਦਾ ਅਸਲ ਸੰਸਥਾਪਕ ਸੀ। ਨਵੇਂ ਸਾਮਰਾਜ ਤੇ ਰਾਜ, ਕਿਹੜੇ ਨਵੇਂ ਸਾਮਰਾਜ ਤੇ ਰਾਜ ਹੋਏ? ਦਰਅਸਲ ਅਰਵਿੰਦ ਗੁਪਤ ਵੰਸ਼ ਦੇ ਪ੍ਰਸਿੱਧ ਰਾਜਾ ਸਮੁੰਦਰ ਗੁਪਤ ਦੀ ਭੂਮਿਕਾ ਅਦਾ ਕਰਨ ਜਾ ਰਿਹਾ ਸੀ। ਸਮੁੰਦਰ ਗੁਪਤ ਬਾਰੇ ਵਿੱਚ ਸਾਨੂੰ ਇਲਾਹਾਬਾਦ ਵਿੱਚ ਅਸ਼ੋਕ ਸਤੰਭ ਤੇ ਖੁਦੇ ਇੱਕ ਲੰਬੇ ਅਭਿਲੇਖ ਤੋਂ ਪਤਾ ਚੱਲਦਾ ਹੈ। ਉਸ ਦੀ ਰਚਨਾ ਸਮੁੰਦਰ ਗੁਪਤ ਦੇ ਦਰਬਾਰ ਵਿੱਚ ਕਵੀ ਤੇ ਮੰਤਰੀ ਰਹੇ ਹਰੀਸ਼ੇਨ ਦੁਆਰਾ ਕਾਵਿ ਰੂਪ ਵਿੱਚ ਕੀਤੀ ਗਈ ਸੀ। ਇੱਕ ਵਿਸ਼ੇਸ਼ ਕਿਸਮ ਦਾ ਅਭਿਲੇਖ ਹੈ ਜਿਸ ਨੂੰ ਪ੍ਰਸ਼ਸਤੀ ਕਹਿੰਦੇ ਹਨ। ਇਹ ਸੰਸਕ੍ਰਿਤ ਸ਼ਬਦ ਹੈ ਜਿਸ ਦਾ ਅਰਥ ਹੈ ਪ੍ਰਸ਼ੰਸਾ। ਪ੍ਰਸ਼ਸਤੀਆਂ ਲਿਖਣ ਦਾ ਪ੍ਰਚਲਨ ਪਹਿਲਾਂ ਵੀ ਸੀ, ਜਿਵੇਂ ਗੌਤਮੀ ਪੁੱਤਰ ਸ਼੍ਰੀ ਸਾਤਕਰਨੀ ਦੀ ਪ੍ਰਸ਼ਸਤੀ ਬਾਰੇ ਅਸੀਂ ਪੜ੍ਹਿਆ, ਪਰੰਤੂ ਗੁਪਤ ਕਾਲ ਵਿੱਚ ਇਹਨਾਂ ਦਾ ਮਹੱਤਵ ਹੋਰ ਵੀ ਵੱਧ ਗਿਆ। ਸਮੁੰਦਰ ਗੁਪਤ ਦੀ ਪ੍ਰਸ਼ਸਤੀ ਸਾਨੂੰ ਬਹੁਤ ਕੁਝ ਦੱਸਦੀ ਆ। ਕਵੀ ਨੇ ਇਸ ਵਿੱਚ ਰਾਜੇ ਦੀ ਯੁੱਧਾਂ ਨੂੰ ਜਿੱਤਣ ਵਾਲਾ ਰਾਜਾ, ਵਿਦਵਾਨ, ਇੱਕ ਉਤਕ੍ਰਿਸ਼ਟ ਕਵੀ ਦੇ ਰੂਪ ਵਿੱਚ ਭਰਪੂਰ ਪ੍ਰਸ਼ੰਸਾ ਕੀਤੀ ਹੈ। ਪ੍ਰਸ਼ਸਤੀ ਵਿੱਚ ਲੰਬੇ ਵਾਕ ਦਿੱਤੇ ਗਏ ਹਨ। ਇਹ ਇੱਥੇ ਵੈਸੇ ਹੀ ਇੱਕ ਵਾਕ ਦਾ ਭਾਗ ਦਿੱਤਾ ਗਿਆ ਹੈ। ਵੰਸ਼ਾਵਲੀਆਂ ਜ਼ਿਆਦਾਤਰ ਪ੍ਰਸ਼ਸਤੀਆਂ ਸ਼ਾਸਕਾਂ ਦੇ ਪੂਰਵਜਾਂ ਦੇ ਬਾਰੇ ਵਿੱਚ ਦੱਸਦੀਆਂ ਨੇ। ਇਹ ਪ੍ਰਸ਼ਸਤੀ ਵੀ ਸਮੁੰਦਰ ਗੁਪਤ ਦੇ ਪ੍ਰਤੀ ਪਿਤਾਮਹ ਭਾਵ ਪਰਦਾਦਾ, ਦਾਦਾ, ਪਿਤਾ, ਮਾਤਾ ਦੇ ਬਾਰੇ ਦੱਸਦੀ ਹੈ। ਉਹਨਾਂ ਦੀ ਮਾਂ ਕੁਮਾਰ ਦੇਵੀ ਲਿੱਛਵੀ ਗਣ ਦੀ ਸੀ। ਪਿਤਾ ਚੰਦਰਗੁਪਤ ਗੁਪਤ ਵੰਸ਼ ਦੇ ਪਹਿਲੇ ਸ਼ਾਸਕ ਸਨ, ਜਿਨ੍ਹਾਂ ਨੇ ਮਹਾਰਾਜਾ ਧੀਰਾਜ ਦੀ ਉਪਾਧੀ ਧਾਰਨ ਕੀਤੀ। ਸਮੁੰਦਰ ਗੁਪਤ ਨੇ ਵੀ ਇਹ ਉਪਾਧੀ ਧਾਰਨ ਕੀਤੀ। ਉਹਨਾਂ ਦੇ ਦਾਦਾ ਪਰਦਾਦਾ ਦਾ ਮਹਾਰਾਜ ਦੇ ਰੂਪ ਵਿੱਚ ਹੀ ਉਲੇਖ ਹੈ। ਇਸ ਨਾਲ ਅੰਦਾਜ਼ਾ ਲੱਗਦਾ ਹੈ ਕਿ ਹੌਲੀ ਹੌਲੀ ਇਸ ਵੰਸ਼ ਦਾ ਮਹੱਤਵ ਬਹੁਤ ਵੱਧ ਗਿਆ। ਸਮੁੰਦਰ ਗੁਪਤ ਦੇ ਬਾਰੇ ਸਾਨੂੰ ਉਹਨਾਂ ਦੇ ਬਾਅਦ ਸ਼ਾਸਕਾਂ ਤੇ ਉਹਨਾਂ ਦੇ ਪੁੱਤਰਾਂ ਚੰਦਰਗੁਪਤ ਦੂਸਰੇ ਦੀ ਵੰਸ਼ਾਵਲੀ ਤੋਂ ਵੀ ਜਾਣਕਾਰੀ ਮਿਲਦੀ ਹੈ। ਉਹਨਾਂ ਦੇ ਬਾਰੇ ਅਭਿਲੇਖਾਂ ਤੇ ਸਿੱਕਿਆਂ ਤੋਂ ਪਤਾ ਚੱਲਦਾ ਹੈ। ਉਹਨਾਂ ਨੇ ਪੱਛਮੀ ਭਾਰਤ ਵਿੱਚ ਸੈਨਿਕ ਅਭਿਆਨ ਵਿੱਚ ਅੰਤਿਮ ਸ਼ਾਸਕ ਨੂੰ ਹਰਾਇਆ। ਭਾਰਤ ਵਿੱਚ ਅਜਿਹਾ ਵਿਸ਼ਵਾਸ ਕੀਤਾ ਜਾਣ ਲੱਗਿਆ ਕਿ ਉਹਨਾਂ ਦਾ ਦਰਬਾਰ ਵਿਦਵਾਨਾਂ ਨਾਲ ਭਰਿਆ ਹੋਇਆ ਸੀ। ਕਵੀ ਕਾਲੀਦਾਸ ਤੇ ਖਗੋਲ ਸ਼ਾਸਤਰੀ ਆਰਿਆਭੱਟ ਉਹਨਾਂ ਦੇ ਦਰਬਾਰ ਵਿੱਚ ਸਨ। ਹਰਸ਼ਵਰਧਨ ਤੇ ਹਰਸ਼ਚਰਿਤ। ਜਿਸ ਤਰ੍ਹਾਂ ਗੁਪਤ ਵੰਸ਼ ਦੇ ਸ਼ਾਸਕਾਂ ਬਾਰੇ ਅਭਿਲੇਖਾਂ ਤੇ ਸਿੱਕਿਆਂ ਤੋਂ ਪਤਾ ਚੱਲਦਾ, ਉਸੇ ਤਰ੍ਹਾਂ ਕੁਝ ਹੋਰ ਸ਼ਾਸਕਾਂ ਬਾਰੇ ਸਾਨੂੰ ਉਹਨਾਂ ਦੀ ਜੀਵਨੀ ਤੋਂ ਪਤਾ ਚੱਲਦਾ ਹੈ। ਅਜਿਹੇ ਇੱਕ ਰਾਜਾ ਹਰਸ਼ਵਰਧਨ ਸਨ, ਜਿਨ੍ਹਾਂ ਨੇ ਕਰੀਬ 1400 ਸਾਲ ਪਹਿਲਾਂ ਸ਼ਾਸਨ ਕੀਤਾ। ਉਹਨਾਂ ਨੇ ਦਰਬਾਰੀ ਕਵੀ ਬਾਣਭੱਟ ਤੇ ਸੰਸਕ੍ਰਿਤ ਵਿੱਚ ਉਹਨਾਂ ਦੀ ਜੀਵਨੀ ਹਰਸ਼ਚਰਿਤ ਲਿਖੀ।
ਇਹ ਹਰਸ਼ਵਰਧਨ ਦੀ ਵੰਸ਼ਾਵਲੀ ਦੰਦੇ ਹੋਏ ਉਹਨਾਂ ਦੇ ਰਾਜਾ ਬਣਨ ਤੱਕ ਦਾ ਵਰਣਨ ਕਰਦੇ ਹਨ। ਚੀਨੀ ਤੀਰਥ ਯਾਤਰੀ ਸ਼ਵੈਨ ਤਸਾਂਗ ਕਾਫੀ ਸਮੇਂ ਲਈ ਹਰਸ਼ਵਰਧਨ ਦੇ ਦਰਬਾਰ ਵਿੱਚ ਰਿਹਾ। ਉਸਨੇ ਉੱਥੇ ਜੋ ਕੁਝ ਦੇਖਿਆ ਉਸ ਦਾ ਵਿਸਤ੍ਰਿਤ ਵਰਣਨ ਦਿੱਤਾ ਹੈ। ਹਰਸ਼ ਆਪਣੇ ਪਿਤਾ ਦੇ ਸਭ ਤੋਂ ਵੱਡੇ ਸਪੁੱਤਰ ਨਹੀਂ ਸਨ, ਪਰ ਆਪਣੇ ਪਿਤਾ ਦੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਥਾਨੇਸਰ ਦੇ ਰਾਜਾ ਬਣੇ। ਉਹਨਾਂ ਨੇ ਬਹਿਨੋਈ ਕਨੌਜ ਦੇ ਸ਼ਾਸਕ ਸਨ। ਜਦੋਂ ਬੰਗਾਲ ਦੇ ਸ਼ਾਸਕ ਨੇ ਉਹਨਾਂ ਨੂੰ ਮਾਰ ਦਿੱਤਾ ਤਾਂ ਹਰਸ਼ ਨੂੰ ਕਨੌਜ ਨੂੰ ਆਪਣੇ ਅਧੀਨ ਕਰ ਲਿਆ, ਬੰਗਾਲ ਤੇ ਆਕਰਮਣ ਕਰ ਦਿੱਤਾ। ਮਗਧ ਅਤੇ ਬੰਗਾਲ ਨੂੰ ਜਿੱਤ ਕੇ ਉਹਨਾਂ ਨੂੰ ਪੂਰਬ ਵਿੱਚ ਜਿੰਨੀ ਸਫਲਤਾ ਮਿਲੀ ਸੀ ਉਨੀ ਸਫਲਤਾ ਹੋਰ ਜਗ੍ਹਾ ਤੇ ਨਹੀਂ ਮਿਲੀ। ਜਦੋਂ ਉਹਨਾਂ ਨੇ ਨਰਮਦਾ ਨਦੀ ਨੂੰ ਪਾਰ ਕਰਕੇ ਦੱਖਣ ਦੇ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚਾਲੁਕਿਆ ਰਾਜਾ ਪੁਲਕੇਸ਼ਿਨ ਦੂਸਰੇ ਨੇ ਉਹਨਾਂ ਨੂੰ ਰੋਕ ਦਿੱਤਾ। ਪੱਲਵ, ਚਾਲੁਕਿਆ ਤੇ ਪੁਲਕੇਸ਼ਿਨ ਦੂਸਰੇ ਦੀਆਂ ਪ੍ਰਸ਼ਸਤੀਆਂ। ਹੁਣ ਅਸੀਂ ਇਹਨਾਂ ਬਾਰੇ ਗੱਲ ਕਰਾਂਗੇ। ਇਸ ਕਾਲ ਵਿੱਚ ਪੱਲਵ ਅਤੇ ਚਾਲੁਕਿਆ ਦੱਖਣੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਰਾਜਵੰਸ਼ ਸਨ। ਪੱਲਵਾਂ ਦਾ ਰਾਜ ਉਹਨਾਂ ਦੀ ਰਾਜਧਾਨੀ ਕਾਂਚੀਪੁਰਮ ਦੇ ਆਸ-ਪਾਸ ਖੇਤਰਾਂ ਤੋਂ ਲੈ ਕੇ ਕਾਵੇਰੀ ਨਦੀ ਦੇ ਡੈਲਟਾ ਤੱਕ ਫੈਲਿਆ ਹੋਇਆ ਸੀ, ਜਦਕਿ ਚਾਲੁਕਿਆ ਦਾ ਰਾਜ ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀਆਂ ਦੇ ਵਿਚਕਾਰ ਸੀ। ਚਾਲੁਕਿਆ ਦੀ ਰਾਜਧਾਨੀ ਏਹੋਲ ਸੀ। ਇਹ ਪ੍ਰਮੁੱਖ ਵਪਾਰਕ ਕੇਂਦਰ ਸੀ। ਹੌਲੀ ਹੌਲੀ ਇੱਕ ਧਾਰਮਿਕ ਕੇਂਦਰ ਬਣ ਗਿਆ। ਪੱਲਵ ਚਾਲੁਕਿਆ ਇੱਕ ਦੂਸਰੇ ਦੀਆਂ ਸੀਮਾਵਾਂ ਦਾ ਅਤੀਕ੍ਰਮਣ ਕਰਦੇ ਸਨ। ਮੁੱਖ ਰੂਪ ਵਿੱਚ ਰਾਜਧਾਨੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਪੁਲਕੇਸ਼ਿਨ ਦੂਸਰਾ ਸਭ ਤੋਂ ਪ੍ਰਸਿੱਧ ਚਾਲੁਕਿਆ ਰਾਜਾ ਸੀ। ਉਹਨਾਂ ਬਾਰੇ ਸਾਨੂੰ ਉਹਨਾਂ ਦੇ ਦਰਬਾਰੀ ਕਵੀ ਰਵੀ ਕੀਰਤੀ ਦੁਆਰਾ ਰਚਿਤ ਪ੍ਰਸ਼ਸਤੀ ਤੋਂ ਪਤਾ ਚੱਲਦਾ ਹੈ। ਇਸ ਵਿੱਚ ਉਹਨਾਂ ਦੇ ਪੂਰਵਜਾਂ, ਖਾਸ ਤੌਰ ਤੇ ਪਿਛਲੀਆਂ 4 ਪੀੜ੍ਹੀਆਂ ਬਾਰੇ ਦੱਸਿਆ ਗਿਆ ਹੈ। ਇਹਨਾਂ ਰਾਜਾਂ ਦਾ ਪ੍ਰਸ਼ਾਸਨ ਕਿਵੇਂ ਚੱਲਦਾ ਸੀ, ਸਾਨੂੰ ਇਹਨਾਂ ਦਾ ਵੀ ਗੱਲਾਂ ਦਾ ਪਤਾ ਲੱਗਦਾ ਹੈ। ਪਹਿਲਾਂ ਦੇ ਰਾਜਿਆਂ ਦੀ ਤਰ੍ਹਾਂ ਇਹਨਾਂ ਰਾਜਿਆਂ ਦੇ ਭੂਮੀ ਟੈਕਸ ਜਿਹੜੇ ਸੀਗੇ ਸਭ ਤੋਂ ਵੱਧ ਆਮਦਨ ਦਾ ਸਰੋਤ ਸੀ। ਪ੍ਰਸ਼ਾਸਨ ਦੀ ਪ੍ਰਾਥਮਿਕ ਇਕਾਈ ਪਿੰਡ ਸਨ, ਪਰੰਤੂ ਹੌਲੀ ਹੌਲੀ ਨਵੇਂ ਬਦਲਾਅ ਆਏ। ਰਾਜਿਆਂ ਨੇ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਸੈਨਿਕ ਸ਼ਕਤੀ ਰੱਖਣ ਵਾਲੇ ਲੋਕਾਂ ਦਾ ਸਮਰਥਨ ਜੁਟਾਉਣ ਲਈ ਕਈ ਕਦਮ ਚੱਕੇ, ਜਿਵੇਂ ਕੁਝ ਮਹੱਤਵਪੂਰਨ ਪ੍ਰਸ਼ਾਸਕੀ ਅਹੁਦੇ ਆਨੂਵੰਸ਼ਿਕ ਬਣ ਗਏ, ਭਾਵ ਪੁੱਤਰ ਆਪਣੇ ਪਿਤਾ ਦਾ ਅਹੁਦਾ ਪਾਉਂਦੇ ਸਨ। ਜਿਵੇਂ ਹਰੀਸੇਨ ਆਪਣੇ ਪਿਤਾ ਦੀ ਤਰ੍ਹਾਂ ਮਹਾਦੰਡ ਨਾਇਕ ਭਾਵ ਮੁੱਖ ਨਿਆਂ ਅਧਿਕਾਰੀ ਸੀ। ਕਦੇ ਕਦੇ ਇੱਕ ਹੀ ਵਿਅਕਤੀ ਕਈ ਅਹੁਦਿਆਂ ਤੇ ਕਾਰਜ ਕਰਦਾ ਸੀ। ਜਿਵੇਂ ਹਰੀਸੇਨ ਇੱਕ ਮਹਾਦੰਡ ਨਾਇਕ ਹੋਣ ਦੇ ਨਾਲ ਨਾਲ ਕੁਮਾਰਾ ਮਾਤਯ ਅਰਥਾਤ ਮਹੱਤਵਪੂਰਨ ਮੰਤਰੀ, ਇੱਕ ਸੰਧੀ ਵਿਗ੍ਰਹਿਕ ਭਾਵ ਯੁੱਧ ਤੇ ਸ਼ਾਂਤੀ ਦੇ ਵਿਸ਼ੇ ਦਾ ਮੰਤਰੀ ਵੀ ਸੀ। ਸੰਭਵ ਹੈ ਕਿ ਉੱਥੇ ਦੇ ਸਥਾਨਕ ਪ੍ਰਸ਼ਾਸਨ ਵਿੱਚ ਪ੍ਰਮੁੱਖ ਵਿਅਕਤੀਆਂ ਦਾ ਬਹੁਤ ਬੋਲਬਾਲਾ ਸੀ। ਇਸ ਵਿੱਚ ਨਗਰ ਸ੍ਰੇਸ਼ਟੀ ਭਾਵ ਮੁੱਖ ਬੈਂਕਰ ਜਾਂ ਸ਼ਹਿਰ ਦਾ ਵਪਾਰੀ, ਸਾਰਥਵਾਹ ਭਾਵ ਵਪਾਰੀਆਂ ਦੇ ਕਾਫਲੇ ਦਾ ਨੇਤਾ, ਪ੍ਰਥਮ ਕੁਲਿਕ ਭਾਵ ਸ਼ਿਲਪਕਾਰ, ਕਾਇਸਥਾਮਾ ਭਾਵ ਲਿਪਿਕਾਂ ਦੇ ਪ੍ਰਧਾਨ ਵਰਗੇ ਲੋਕ ਹੁੰਦੇ ਸਨ। ਤਾਂ ਬਰੀਕੀ ਦੇ ਵਿੱਚ ਇੱਥੇ ਕੁਐਸਚਨ ਆਨਸਰ ਤੁਹਾਨੂੰ ਬਣ ਕੇ ਆ ਸਕਦੇ ਨੇ। ਇਸੇ ਜਿਵੇਂ ਪੁਆਇੰਟ ਦੀ ਗੱਲ ਕਰ ਲਈਏ ਤਾਂ ਅਸੀਂ ਜਿਵੇਂ ਨਗਰ ਸ੍ਰੇਸ਼ਟੀ ਕਿਸ ਨੂੰ ਕਿਹਾ ਜਾਂਦਾ, ਇੱਥੇ ਆਪਸ਼ਨ ਆ ਸਕਦੇ ਨੇ, ਜਾਂ ਬੈਂਕਰ ਕਿਸ ਨੂੰ ਕਿਹਾ ਜਾਂਦਾ, ਇੱਥੇ ਆਪਸ਼ਨ ਆ ਸਕਦੇ ਨੇ। ਤਾਂ ਇਸ ਤਰ੍ਹਾਂ ਨਾਲ ਤੁਸੀਂ ਜਿਹੜਾ ਧਿਆਨ ਨਾਲ ਪੜ੍ਹਨਾ ਇਹ ਚੀਜ਼ਾਂ। ਇਸ ਤੋਂ ਬਾਅਦ ਇੱਕ ਨਵੇਂ ਪ੍ਰਕਾਰ ਦੀ ਸੈਨਾ, ਕੁਝ ਰਾਜੇ ਸੀਗੇ ਜਿਹੜੇ ਉਹ ਸੁਸੰਗਠਿਤ ਸੈਨਾ ਰੱਖਦੇ ਸੀ, ਜਿਨ੍ਹਾਂ ਦੇ ਵਿੱਚ ਹਾਥੀ, ਰੱਥ, ਘੋੜਸਵਾਰ, ਪੈਦਲ ਸਿਪਾਹੀ ਹੁੰਦੇ ਸਨ ਤੇ ਕੁਝ ਸੈਨਾ ਨਾਇਕ ਹੁੰਦੇ ਸਨ। ਇਹਨਾਂ ਸੈਨਾ ਨਾਇਕਾਂ ਨੂੰ ਕੋਈ ਨਿਯਮਿਤ ਤਨਖਾਹ ਨਹੀਂ ਦਿੱਤੀ ਜਾਂਦੀ ਸੀ, ਬਦਲੇ ਵਿੱਚ ਕੁਝ ਭੂਮੀ ਦਾਨ ਦਿੱਤਾ ਜਾਂਦਾ ਸੀ। ਭੂਮੀ ਤੋਂ ਇਹ ਟੈਕਸ ਵਸੂਲਦੇ ਸਨ, ਜਿਸ ਨਾਲ ਉਹ ਸੈਨਾ ਤੇ ਘੋੜਿਆਂ ਦੀ ਦੇਖਭਾਲ ਕਰਦੇ ਸਨ, ਯੁੱਧ ਦੇ ਹਥਿਆਰ ਵੀ ਚੁਟਾਉਂਦੇ ਸਨ। ਇਸ ਤਰ੍ਹਾਂ ਦੇ ਵਿਅਕਤੀ ਸਾਮੰਤ ਕਹਾਉਂਦੇ ਸਨ। ਕਿਤੇ ਵੀ ਸ਼ਾਸਕ ਦੁਰਬਲ ਹੁੰਦੇ ਤਾਂ ਇਹ ਸਾਮੰਤ ਸੁਤੰਤਰ ਹੋਣ ਦੀ ਕੋਸ਼ਿਸ਼ ਕਰਦੇ ਸੀਗੇ। ਦੱਖਣ ਦੇ ਰਾਜਾਂ ਵਿੱਚ ਸਭਾਵਾਂ, ਪੱਲਵਾਂ ਦੇ ਅਭਿਲੇਖਾਂ ਵਿੱਚ ਕਈ ਸਥਾਨਕ ਸਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਹਨਾਂ ਵਿੱਚੋਂ ਸੀ ਬ੍ਰਾਹਮਣ ਭੂਸਵਾਮੀਆਂ ਦਾ ਸੰਗਠਨ, ਜਿਸ ਨੂੰ ਸਭਾ ਕਹਿੰਦੇ ਨੇ। ਇਹ ਸਭਾਵਾਂ ਉਪਸਮਤਿਆਂ ਦੇ ਜ਼ਰੀਏ ਸਿੰਚਾਈ, ਖੇਤੀਬਾੜੀ ਨਾਲ ਜੁੜੇ ਭਿੰਨ ਭਿੰਨ ਕੰਮ, ਸੜਕ ਨਿਰਮਾਣ, ਸਥਾਨਕ ਮੰਦਰਾਂ ਦੀ ਦੇਖਰੇਖ ਆਦਿ ਦਾ ਕੰਮ ਕਰਦੀਆਂ ਸਨ। ਜਿਨ੍ਹਾਂ ਇਲਾਕਿਆਂ ਦੇ ਭੂਸਵਾਮੀ ਬ੍ਰਾਹਮਣ ਨਹੀਂ ਸਨ, ਉੱਥੇ ਨਾਮਕ ਗ੍ਰਾਮ ਸਭਾ ਹੋਣ ਦੀ ਗੱਲ ਕਹੀ ਜਾਂਦੀ ਹੈ। ਨਗਰਮ ਵਪਾਰੀਆਂ ਦੇ ਇੱਕ ਸੰਗਠਨ ਦਾ ਨਾਮ ਸੀ। ਸੰਭਾਵਨਾ ਹੈ ਕਿ ਇਹ ਸਭਾਵਾਂ ਧਨੀ ਤੇ ਸ਼ਕਤੀਸ਼ਾਲੀ ਭੂਸਵਾਮੀਆਂ ਤੇ ਵਪਾਰੀਆਂ ਦਾ ਨਿਯੰਤਰਣ ਸੀ। ਇਹ ਕਈ ਸ਼ਤਾਬਦੀਆਂ ਤੱਕ ਕੰਮ ਕਰਦੀਆਂ ਰਹੀਆਂ। ਆਮ ਲੋਕਾਂ ਦਾ ਜੀਵਨ ਉਸ ਕਾਲ ਦੇ ਵਿੱਚ ਕਿਸ ਤਰ੍ਹਾਂ ਦੀ, ਇਹਦੀ ਗੱਲ ਕਰਾਂਗੇ ਅਸੀਂ। ਜਨ ਸਧਾਰਨ ਜੀਵਨ ਜਿਹੜਾ ਸੀ, ਥੋੜ੍ਹੀ ਬਹੁਤ ਝਲਕ ਸਾਨੂੰ ਉੱਥੋਂ ਉਸ ਟਾਈਮ ਦੇ ਨਾਟਕਾਂ ਤੇ ਕੁਝ ਹੋਰ ਸਰੋਤਾਂ ਤੋਂ ਮਿਲਦੀ ਹੈ। ਕਾਲੀਦਾਸ ਨੇ ਆਪਣੇ ਨਾਟਕ ਵਿੱਚ ਰਾਜ ਦਰਬਾਰ ਦੇ ਜੀਵਨ ਦੇ ਚਿੱਤਰਣ ਲਈ ਪ੍ਰਸਿੱਧੀ ਹਾਸਲ ਕੀਤੀ ਆ। ਇਹਨਾਂ ਨਾਟਕਾਂ ਵਿੱਚ ਇੱਕ ਰੋਚਕ ਗੱਲ ਇਹ ਆ ਕਿ ਰਾਜਾ ਅਤੇ ਜ਼ਿਆਦਾਤਰ ਬ੍ਰਾਹਮਣਾਂ ਨੂੰ ਸੰਸਕ੍ਰਿਤ ਬੋਲਦੇ ਹੋਏ ਦਿਖਾਇਆ ਗਿਆ ਹੈ, ਜਦਕਿ ਹੋਰ ਲੋਕ ਤੇ ਮਹਿਲਾਵਾਂ ਪ੍ਰਕਿਰਤ ਬੋਲਦੇ ਦਿਖਾਏ ਗਏ ਨੇ। ਉਹਨਾਂ ਦਾ ਸਭ ਤੋਂ ਪ੍ਰਸਿੱਧ ਨਾਟਕ ਅਭਿਗਿਆਨ ਸ਼ਕੁੰਤਲਮ ਦੁਸ਼ਯੰਤ ਨਾਮਕ ਰਾਜਾ ਅਤੇ ਸ਼ਕੁੰਤਲਾ ਨਾਮਕ ਦੀ ਮੁਟਿਆਰ ਦੀ ਪ੍ਰੇਮ ਕਹਾਣੀ ਹੈ। ਇਸ ਨਾਟਕ ਵਿੱਚ ਇੱਕ ਗਰੀਬ ਮੁਸ਼ਿਆਰੇ ਦੇ ਨਾਲ ਰਾਜ ਕਰਮਚਾਰੀਆਂ ਦੇ ਦੁਰਵਿਵਹਾਰ ਦੀ ਗੱਲ ਕਹੀ ਗਈ ਹੈ। ਚੀਨੀ ਤੀਰਥ ਯਾਤਰੀ ਫਾਸ਼ੀਅਨ ਦਾ ਧਿਆਨ ਉਹਨਾਂ ਲੋਕਾਂ ਦੀ ਦੁਰਗਤੀ 'ਤੇ ਵੀ ਗਿਆ ਜਿਨ੍ਹਾਂ ਨੂੰ ਉੱਚੇ ਤੇ ਸ਼ਕਤੀਸ਼ਾਲੀ ਲੋਕ ਅਛੂਤ ਮੰਨਦੇ ਸਨ। ਇਹਨਾਂ ਨੂੰ ਸ਼ਹਿਰਾਂ ਦੇ ਬਾਹਰ ਰਹਿਣਾ ਪੈਂਦਾ ਸੀ। ਉਹ ਲਿਖਦੇ ਹਨ ਕਿ ਜੇਕਰ ਇਹਨਾਂ ਲੋਕਾਂ ਨੂੰ ਸ਼ਹਿਰ ਤੇ ਬਾਜ਼ਾਰ ਦੇ ਅੰਦਰ ਆਉਣਾ ਵੀ ਹੁੰਦਾ ਸੀ ਤਾਂ ਸਾਰਿਆਂ ਨੂੰ ਸੂਚਿਤ ਕਰਨ ਲਈ ਇਹ ਲੱਕੜ ਦੇ ਇੱਕ ਟੁਕੜੇ 'ਤੇ ਸੱਟ ਮਾਰਦੇ ਰਹਿੰਦੇ ਸਨ। ਇਹ ਆਵਾਜ਼ ਸੁਣ ਕੇ ਲੋਕ ਚਕੰਨੇ ਹੋ ਕੇ ਛੂਹੇ ਜਾਣ ਜਾਂ ਕਿਸੇ ਪ੍ਰਕਾਰ ਦੇ ਸੰਪਰਕ ਤੋਂ ਬਚਾਉਂਦੇ ਸਨ। ਇੱਕ ਜਗ੍ਹਾ ਬਾਣਭੱਟ ਦੁਆਰਾ ਅਭਿਆਨ ਦੇ ਨਿਕਲੀ ਰਾਜਾ ਦੀ ਸੈਨਾ ਦਾ ਬਹੁਤ ਜਿਉਂਦਾ ਜਾਗਦਾ ਚਿੱਤਰਣ ਕੀਤਾ ਗਿਆ ਹੈ। ਨਵੇਂ ਰਾਜੇ ਤੇ ਉਹਨਾਂ ਦੇ ਰਾਜਵੰਸ਼। 7ਵੀਂ ਸ਼ਤਾਬਦੀ ਤੇ ਬਾਅਦ ਕਈ ਰਾਜਵੰਸ਼ਾਂ ਦਾ ਉਦੈ ਹੋਇਆ। ਉਪ ਮਹਾਦੀਪ ਸੀਗਾ ਜਿਹੜਾ ਭਿੰਨ ਭਿੰਨ ਵਿਭਾਗਾਂ ਵਿੱਚ ਵੱਡੇ ਭੂਸਵਾਮੀ ਯੋਧਾ ਸਰਦਾਰ। ਇਸ ਉਪ ਮਹਾਦੀਪ ਦੇ ਭਿੰਨ ਭਿੰਨ ਭਾਗਾਂ ਵਿੱਚ ਭੂਸਵਾਮੀ ਤੇ ਯੋਧਾ ਸਰਦਾਰ ਹੋਂਦ ਵਿੱਚ ਆਏ। ਰਾਜਾ ਲੋਕ ਸੀਗੇ ਜਿਹੜੇ ਉਹ ਆਮ ਤੌਰ ਤੇ ਉਹਨਾਂ ਨੂੰ ਆਪਣੇ ਮਾਤਹਤ ਜਾਂ ਸਾਮੰਤ ਦੇ ਰੂਪ ਵਿੱਚ ਮਾਨਤਾ ਦਿੰਦੇ ਸਨ। ਉਹਨਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਰਾਜਾ ਜਾਂ ਸਵਾਮੀ ਦੇ ਲਈ ਉਪਹਾਰ ਲਿਆਉਣ, ਦਰਬਾਰ ਵਿੱਚ ਹਾਜ਼ਰੀ ਲਗਾਉਣ ਤੇ ਉਹਨਾਂ ਦੀ ਸੈਨਿਕ ਸਹਾਇਤਾ ਪ੍ਰਦਾਨ ਕਰਨ। ਜ਼ਿਆਦਾ ਸੱਤਾ ਅਤੇ ਸੰਪਦਾ ਹਾਸਲ ਕਰਨ ਤੇ ਸਾਮਤ ਆਪਣੇ ਆਪ ਨੂੰ ਮਹਾਸਾਮਤ, ਮਹਾਮੰਡਲੇਸ਼ਵਰ ਆਦਿ ਘੋਸ਼ਿਤ ਕਰ ਦਿੰਦੇ ਸਨ। ਕਦੀ ਕਦੀ ਉਹ ਆਪਣੇ ਸਵਾਮੀ ਦੀ ਸੱਤਾ ਤੋਂ ਸੁਤੰਤਰ ਹੋਣ ਦਾ ਦਾਅਵਾ ਵੀ ਕਰਦੇ ਸਨ। ਇਸ ਤਰ੍ਹਾਂ ਇੱਕ ਉਦਾਹਰਨ ਦੱਖਣ ਦੇ ਰਾਸ਼ਟਰਕੂਟਾਂ ਦੀ ਹੈ। ਸ਼ੁਰੂਆਤ ਵਿੱਚ ਉਹ ਕਰਨਾਟਕ ਦੇ ਚਾਲੁਕੇ ਰਾਜਿਆਂ ਦੇ ਅਧੀਨ ਸੀ। 8ਵੀਂ ਸਦੀ ਦੇ ਮੱਧ ਵਿੱਚ ਰਾਸ਼ਟਰਕੂਟ ਪ੍ਰਧਾਨ ਦੰਤੀ ਦੁਰਗ ਨੇ ਆਪਣੇ ਚਾਲੁਕੇ ਸਵਾਮੀ ਦੀ ਅਧੀਨਤਾ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਹਰਾਇਆ। ਹਿਰਣਯ ਗਰਭ ਨਾਮਕ ਇੱਕ ਅਨੁਸ਼ਠਾਨ ਕੀਤਾ। ਹਿਰਣੇ ਗਰਭ ਦਾ ਸ਼ਾਬਦਿਕ ਅਰਥ ਦੇਖੀਏ ਤਾਂ ਸੋਨੇ ਦਾ ਗਰਭ ਹੈ। ਜਦੋਂ ਅਨੁਸ਼ਠਾਨ ਬ੍ਰਾਹਮਣ ਦੀ ਸਹਾਇਤਾ ਨਾਲ ਸੰਪੰਨ ਕੀਤਾ ਜਾਂਦਾ ਸੀ ਤਾਂ ਮੰਨਿਆ ਜਾਂਦਾ ਸੀ ਕਿ ਇਸ ਨਾਲ ਯੱਗ ਕਰਨ ਵਾਲਾ ਜਨਮਨਾ ਖੱਤਰੀ ਨਾ ਹੁੰਦੇ ਹੋਏ ਵੀ ਖੱਤਰੀ ਦੇ ਰੂਪ ਵਿੱਚ ਦੁਬਾਰਾ ਖੱਤਰੀਤਾ ਪ੍ਰਾਪਤ ਕਰ ਲਵੇਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਹੜੀਆਂ ਉਹ ਮਿਲਦੀਆਂ ਨੇ ਸਾਨੂੰ। ਰਾਜਾਂ ਵਿੱਚ ਪ੍ਰਸ਼ਾਸਨ। ਹੁਣ ਇਹਨਾਂ ਨਵੇਂ ਰਾਜਿਆਂ ਵਿੱਚ ਕਈ ਮਹਾਰਾਜਾ ਧੀਰਾਜ, ਤ੍ਰਿਭੁਵਨ, ਚੱਕਰ, ਵਿਰਤਨ ਅਤੇ ਇਸ ਤਰ੍ਹਾਂ ਦੀਆਂ ਹੋਰ ਭਾਰੀ ਭਰਕਮ ਉਪਾਧੀਆਂ ਧਾਰਨ ਕੀਤੀਆਂ। ਇਸ ਤਰ੍ਹਾਂ ਦੇ ਦਾਅਵਿਆਂ ਦੇ ਬਾਵਜੂਦ ਵੀ ਉਹ ਆਪਣੇ ਸਾਮਤਾਂ ਦੇ ਨਾਲ ਨਾਲ ਕਿਸਾਨਾਂ, ਵਪਾਰੀਆਂ, ਬ੍ਰਾਹਮਣਾਂ ਦੇ ਸੰਗਠਨਾਂ ਨਾਲ ਆਪਣੀ ਜਿਹੜੀ ਸੱਤਾ ਸੀਗੀ ਸਾਂਝੇਦਾਰੀ ਕਰਦੇ ਸਨ। ਇਹਨਾਂ ਸਾਰੇ ਰਾਜਾਂ ਵਿੱਚ ਉਤਪਾਦਕਾਂ ਦਾ ਭਾਵ ਕਿਸਾਨ, ਪਸ਼ੂ ਪਾਲਕ, ਕਾਰੀਗਰ ਤੇ ਸੰਸਾਧਨ ਇਕੱਠੇ ਕੀਤੇ ਜਾਂਦੇ ਸਨ। ਇਹਨਾਂ ਨੂੰ ਅਕਸਰ ਉਤਪਾਦਾਂ ਦਾ ਇੱਕ ਹਿੱਸਾ ਤਿਆਗਣ ਲਈ ਮਨਾਇਆ ਜਾਂ ਮਜਬੂਰ ਕੀਤਾ ਜਾਂਦਾ ਸੀ। ਇਸ ਨੂੰ ਲਗਾਨ ਦੇ ਰੂਪ ਮੰਨ ਕੇ ਵੀ ਵਸੂਲ ਕੀਤਾ ਜਾਂਦਾ ਸੀ। ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਸੀ। ਇਹ ਸੰਸਾਧਨ ਰਾਜਾ ਦੇ ਪ੍ਰਸ਼ਾਸਨ ਦਾ ਵਿੱਤੀ ਆਧਾਰ ਬਣਦੇ ਸਨ। ਨਾਲ ਹੀ ਮੰਦਰਾਂ, ਦੁਰਗਾਂ ਆਦਿ ਦੇ ਨਿਰਮਾਣ 'ਤੇ ਵੀ ਇਸਤੇਮਾਲ ਹੁੰਦੇ ਸੀ। ਸੰਸਾਧਨ ਉਹਨਾਂ ਯੁੱਧਾਂ ਨੂੰ ਲੜਨ ਲਈ ਇਸਤੇਮਾਲ ਹੁੰਦੇ ਸਨ ਜਿਨ੍ਹਾਂ
ਨਾਲ ਲੁੱਟ ਦੀ ਸ਼ਕਲ ਵਿੱਚ ਧਨ ਮਿਲਣ ਲਈ ਤੇ ਜ਼ਮੀਨ ਅਤੇ ਵਪਾਰਕ ਮਾਰਗਾਂ ਦੇ ਪ੍ਰਯੋਗ ਦੀਆਂ ਸੰਭਾਵਨਾਵਾਂ ਬਣਦੀਆਂ ਸਨ। ਟੈਕਸ ਵਸੂਲੀ ਲਈ ਪਦ ਅਧਿਕਾਰੀਆਂ ਦੀ ਨਿਯੁਕਤੀ ਆਮ ਤੌਰ 'ਤੇ ਪ੍ਰਭਾਵਸ਼ਾਲੀ ਪਰਿਵਾਰਾਂ ਵਿੱਚੋਂ ਕੀਤੀ ਜਾਂਦੀ ਸੀ। ਆਮ ਤੌਰ 'ਤੇ ਵੰਸ਼ਾਨੁਗਤ ਹੁੰਦੀਆਂ ਸਨ। ਵੰਸ਼ਾਨੁਗਤ ਦਾ ਮਤਲਬ ਕਿ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਸੀ ਇਹ ਜਿਹੜੀਆਂ ਸੀਟਾਂ ਸੀਗੀਆਂ ਜੋ ਨਿਯੁਕਤੀਆਂ ਸੀਗੀਆਂ। ਅੱਗੇ ਪ੍ਰਸ਼ਸਤੀਆਂ ਤੇ ਭੂਮੀ ਅਨੁਦਾਨ, ਕਿਹੜੇ ਰਾਜਿਆਂ ਨੇ ਕਿਵੇਂ ਜਿਹੜੇ ਪ੍ਰਸ਼ਸਤੀਆਂ ਵਿੱਚ ਬਿਉਰੇ ਮਿਲਦੇ ਨੇ ਕਿਵੇਂ ਭੂਮੀ ਦਾਨ ਕੀਤੀ। ਪ੍ਰਸ਼ਸਤੀਆਂ ਸਾਨੂੰ ਦੱਸਦੀਆਂ ਨੇ ਕਿ ਸ਼ਾਸਕ ਆਪਣੇ ਆਪ ਨੂੰ ਕਿਸ ਤਰ੍ਹਾਂ ਦਰਸਾਉਣਾ ਚਾਹੁੰਦੇ ਸਨ, ਜਿਵੇਂ ਸੂਰਵੀਰ, ਜੇਤੂ ਯੋਧਾ ਦੇ ਰੂਪ ਵਿੱਚ। ਇਹ ਵਿਦਵਾਨ ਬ੍ਰਾਹਮਣਾਂ ਦੁਆਰਾ ਰਚੀਆਂ ਗਈਆਂ ਪ੍ਰਸ਼ਸਤੀਆਂ ਸਨ ਜੋ ਅਕਸਰ ਪ੍ਰਸ਼ਾਸਨ ਵਿੱਚ ਮਦਦ ਕਰਦੇ ਸਨ। ਰਾਜਾ ਲੋਕ ਆਮ ਤੌਰ 'ਤੇ ਬ੍ਰਾਹਮਣਾਂ ਨੂੰ ਭੂਮੀ ਅਨੁਦਾਨ ਕਰਕੇ ਪੁਰਸਕ੍ਰਿਤ ਕਰਦੇ ਸਨ। ਇਹ ਤਾਮਰ ਪੱਤਰਾਂ ਦੇ ਅਭਿਲਿਖਤ ਹੁੰਦੇ ਸਨ ਜੋ ਭੂਮੀ ਪਾਉਣ ਵਾਲੇ ਨੂੰ ਦਿੱਤੇ ਜਾਂਦੇ ਸਨ। 12ਵੀਂ ਸ਼ਤਾਬਦੀ ਵਿੱਚ ਇੱਕ ਵੱਡਾ ਸੰਸਕ੍ਰਿਤ ਕਾਵਿ ਵੀ ਰਚਿਆ ਗਿਆ ਜਿਸ ਵਿੱਚ ਕਸ਼ਮੀਰ ਦੇ ਸ਼ਾਸਨ ਕਰਨ ਵਾਲੇ ਰਾਜਿਆਂ ਦਾ ਇਤਿਹਾਸ ਦਰਜ ਹੈ। ਇਸ ਨੂੰ ਕਲਹਨ ਨਾਮਕ ਰਚਨਾਕਾਰ ਦੁਆਰਾ ਰਚਿਆ ਗਿਆ। ਕਲਹਨ ਨੇ ਆਪਣਾ ਬਿਰਤਾਂਤ ਲਿਖਣ ਲਈ ਸ਼ਿਲਾਲੇਖ, ਦਸਤਾਵੇਜ਼ਾਂ, ਪ੍ਰਤੱਖਦਰਸ਼ੀਆਂ ਦੇ ਵਰਣਨਾਂ ਅਤੇ ਪਹਿਲਾਂ ਇਤਿਹਾਸ ਸਮੇਤ ਅਨੇਕ ਤਰ੍ਹਾਂ ਦੇ ਸਰੋਤਾਂ ਦਾ ਇਸਤੇਮਾਲ ਕੀਤਾ। ਪ੍ਰਸ਼ਸਤੀਆਂ ਦੇ ਲੇਖਕਾਂ ਤੋਂ ਵੱਖ ਉਹ ਅਕਸਰ ਸ਼ਾਸਕਾਂ ਤੇ ਉਹਨਾਂ ਦੀਆਂ ਨੀਤੀਆਂ ਬਾਰੇ ਆਲੋਚਨਾਤਮਕ ਰੂਪ ਜਿਹੜਾ ਸੀਗਾ ਉਹ ਦਿਖਾਉਂਦਾ ਸੀ। ਅੱਗੇ ਧਨ ਲਈ ਯੁੱਧ, ਤਾਂ ਹਰੇਕ ਰਾਜਵੰਸ਼ ਦਾ ਆਧਾਰ ਕੋਈ ਨਾ ਕੋਈ ਵਿਸ਼ੇਸ਼ ਖੇਤਰ ਸੀ। ਇੱਕ ਦੂਸਰੇ ਨੂੰ ਉਹ ਨਿਯੰਤਰਣ ਵਿੱਚ ਰੱਖਣਾ ਚਾਹੁੰਦੇ ਸਨ। ਵਿਸ਼ੇਸ਼ ਰੂਪ ਵਿੱਚ ਲੋੜੀਂਦਾ ਖੇਤਰ ਗੰਗਾ ਘਾਟੀ ਵਿੱਚ ਕਨੌਜ ਨਗਰ, ਗੁਰਜਰ ਪ੍ਰਤਿਹਾਰ, ਰਾਸ਼ਟਰਕੂਟ ਤੇ ਪਾਲ ਵੰਸ਼ਾਂ ਦੇ ਸ਼ਾਸਕਾਂ ਦੀਆਂ ਸਦੀਆਂ ਤੱਕ ਕਨੌਜ ਉੱਪਰ ਨਿਯੰਤਰਣ ਨੂੰ ਲੈ ਕੇ ਆਪਸ ਵਿੱਚ ਲੜਾਈਆਂ ਹੋਈਆਂ। ਕਿਉਂਕਿ ਲੰਬੀ ਚੱਲੀ ਲੜਾਈ ਵਿੱਚ 3 ਪੱਖ ਸਨ। ਇਤਿਹਾਸਕਾਰਾਂ ਨੇ ਇਸ ਲਈ ਇਤਿਹਾਸਕਾਰਾਂ ਨੇ ਇਸ ਦੀ ਚਰਚਾ ਤ੍ਰੈਪੱਖੀ ਸੰਘਰਸ਼ ਦੇ ਰੂਪ ਵਿੱਚ ਕੀਤੀ ਹੈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼ਾਸਕਾਂ ਨੇ ਵੱਡੇ ਮੰਦਰਾਂ ਦਾ ਨਿਰਮਾਣ ਕਰਵਾ ਕੇ ਵੀ ਆਪਣੀ ਸੱਤਾ ਤੇ ਸੰਸਾਧਨਾਂ ਦਾ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ। ਇਸ ਲਈ ਜਦੋਂ ਇੱਕ ਦੂਸਰੇ ਰਾਜਾਂ ਤੇ ਆਕਰਮਣ ਕਰਦੇ ਸਨ ਤਾਂ ਮੰਦਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਸਨ। ਅਫਗਾਨਿਸਤਾਨ ਦੇ ਗਜ਼ਨੀ ਦਾ ਸੁਲਤਾਨ ਮਹਿਮੂਦ ਅਜਿਹੇ ਸ਼ਾਸਕ ਵਿੱਚ ਸਭ ਤੋਂ ਪ੍ਰਸਿੱਧ ਹੈ। ਉਸਨੇ 1997 ਤੋਂ ਲੈ ਕੇ 1030 ਤੱਕ ਸ਼ਾਸਨ ਕੀਤਾ। ਆਪਣੇ ਨਿਯੰਤਰਣ ਦਾ ਵਿਸਥਾਰ ਮੱਧ ਏਸ਼ੀਆ ਦੇ ਭਾਗਾਂ, ਈਰਾਨ ਉਪ ਮਹਾਦੀਪ ਦੇ ਉੱਤਰ ਪੱਛਮੀ ਹਿੱਸੇ ਤੱਕ ਕੀਤਾ। ਉਹ ਲਗਭਗ ਹਰ ਸਾਲ ਉਪ ਮਹਾਦੀਪ ਤੇ ਹਮਲਾ ਕਰਦਾ ਸੀ। ਉਸਦਾ ਨਿਸ਼ਾਨਾ ਸੰਪੰਨ ਮੰਦਿਰ, ਜਿਸ ਵਿੱਚ ਗੁਜਰਾਤ ਦਾ ਸੋਮਨਾਥ ਮੰਦਿਰ ਵੀ ਸ਼ਾਮਲ ਸੀ। ਮਹਿਮੂਦ ਜੋ ਧਨ ਉਠਾ ਕੇ ਲੈ ਗਿਆ ਉਸਦਾ ਸਭ ਤੋਂ ਵੱਡਾ ਹਿੱਸਾ ਗਜ਼ਨੀ ਵਿੱਚ ਵੈਭਵਸ਼ਾਲੀ ਰਾਜਧਾਨੀ ਦੇ ਨਿਰਮਾਣ ਵਿੱਚ ਖਰਚ ਹੋਇਆ। ਸੁਲਤਾਨ ਮਹਿਮੂਦ ਆਪਣੇ ਦੁਆਰਾ ਜਿੱਤੇ ਗਏ ਖੇਤਰਾਂ ਤੇ ਲੋਕਾਂ ਬਾਰੇ ਗੱਲਾਂ ਜਾਣਨਾ ਚਾਹੁੰਦਾ ਸੀ। ਉਸਨੇ ਅਲੀ ਬਰੂਨੀ ਨਾਮਕ ਇੱਕ ਵਿਦਵਾਨ ਨੂੰ ਇਸ ਮਹਾਦੀਪ ਦਾ ਲੇਖਾ ਜੋਖਾ ਲਿਖਣ ਦਾ ਕੰਮ ਦਿੱਤਾ। ਅਰਬੀ ਵਿੱਚ ਲਿਖੀ ਗਈ ਉਸਦੀ ਕਿਰਤੀ ਕਿਤਾਬ ਅਲ ਹਿੰਦ ਅੱਜ ਵੀ ਇਤਿਹਾਸਕਾਰਾਂ ਲਈ ਇੱਕ ਮਹੱਤਵਪੂਰਨ ਸਰੋਤ ਹੈ। ਅਲ ਬਰੂਨੀ ਨੇ ਇਸ ਨੂੰ ਤਿਆਰ ਕਰਨ ਲਈ ਸੰਸਕ੍ਰਿਤ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕੀਤਾ। ਯੁੱਧ ਕਰਨ ਵਾਲੇ ਦੂਸਰੇ ਰਾਜਿਆਂ ਵਿੱਚ ਚਾਹਵਾਨ ਵੀ ਸਨ ਜੋ ਬਾਅਦ ਵਿੱਚ ਚੌਹਾਨ ਦੇ ਰੂਪ ਵਿੱਚ ਜਾਣੇ ਗਏ। ਉਹ ਦਿੱਲੀ ਅਤੇ ਅਜਮੇਰ ਦੇ ਨੇੜੇ ਤੇੜੇ ਦੇ ਖੇਤਰਾਂ ਦੇ ਸ਼ਾਸਨ ਕਰਦੇ ਸਨ। ਉਹਨਾਂ ਨੇ ਪੱਛਮੀ ਤੇ ਪੂਰਬ ਵੱਲ ਆਪਣੇ ਨਿਯੰਤਰਣ ਖੇਤਰ ਦਾ ਵਿਕਾਸ ਚਾਹਿਆ। ਉਸ ਨੂੰ ਗੁਜਰਾਤ ਤੇ ਚਾਲੁਕੇ ਉੱਤਰ ਪੱਛਮੀ ਪ੍ਰਦੇਸ਼ ਚਾਲੁਕੇ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਗਹਿੜਵਾਲਾ ਨਾਲ ਟੱਕਰ ਲੈਣੀ ਪਈ। ਚਾਹਮਾਨਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ਪ੍ਰਿਥਵੀ ਰਾਜ ਤੀਜਾ, ਜਿਸ ਨੇ 1168 ਤੋਂ ਲੈ ਕੇ 1192 ਤੱਕ ਰਾਜ ਕੀਤਾ। ਸੁਲਤਾਨ ਮੁਹੰਮਦ ਗੌਰੀ ਨਾਮਕ ਅਫਗਾਨ ਸ਼ਾਸਕ ਨੂੰ 1191 ਵਿੱਚ ਹਰਾਇਆ, ਪਰ ਦੂਸਰੀ ਹੀ ਹਾਲ 1192 ਵਿੱਚ ਉਸਦੇ ਹੱਥੋਂ ਮਾਰਿਆ ਗਿਆ। ਉਰੀਯੂਰ ਤੇ ਤੰਜਾਵੁਰ ਤੱਕ। ਵੀਡੀਓ ਥੋੜੀ ਜਿਹੀ ਲੰਬੀ ਆ, ਪਰ ਥੋੜੀ ਜਿਹੀ ਜਿਹੜੀ ਆ ਤੁਹਾਨੂੰ ਸਮਝਣ ਦੀ ਲੋੜ ਆ ਤਾਂ ਕਿ ਤੁਹਾਡਾ ਕਨਸੈਪਟ ਕਲੀਅਰ ਹੋ ਜਾਵੇ। ਚੌਲ ਵੰਸ਼ ਸੱਤਾ ਵਿੱਚ ਕਿਸ ਤਰ੍ਹਾਂ ਆਇਆ। ਕਾਵੇਰੀ ਡੈਲਟਾ ਜਿਹੜਾ ਮੁਟਰੀਆਰ ਨਾਮ ਨਾਲ ਪ੍ਰਸਿੱਧ ਇੱਕ ਛੋਟੇ ਜਿਹੇ ਮੁਖੀਆ ਪਰਿਵਾਰ ਦੀ ਸੱਤਾ ਸੀ। ਉਹ ਕਾਂਚੀਪੁਰਮ ਦੇ ਪੱਲਵ ਰਾਜਿਆਂ ਤੇ ਮਾਤਹਤ ਸਨ।
ਉਰੀਆਰ ਨੇ ਚੌਲਵੰਸ਼ੀ ਪ੍ਰਾਚੀਨ ਮੁਖੀਆ ਪਰਿਵਾਰ ਦੇ ਵਿਜਯਾਲਿਆ ਨੇ 9ਵੀਂ ਸਦੀ ਤੇ ਭਾਰਤ ਵਿੱਚ ਮੁਟਰਿਆਰਾਂ ਨੂੰ ਇਸ ਡੈਲਟਾ ਤੇ ਕਬਜ਼ਾ ਜਮਾਇਆ। ਉਸਨੇ ਤੰਜਾਵੁਰ ਸ਼ਹਿਰ ਤੇ ਨਿਸ਼ੁੰਭ ਸੂਦਨੀ ਦੇਵੀ ਦਾ ਮੰਦਿਰ ਬਣਵਾਇਆ। ਵਿਜੇ ਆਲਿਆ ਅਤੇ ਉੱਤਰ ਅਧਿਕਾਰੀਆਂ ਨੇ ਗੁਆਂਢੀ ਇਲਾਕਿਆਂ ਨੂੰ ਜਿੱਤਿਆ। ਉਸ ਦਾ ਰਾਜ ਆਪਣੇ ਖੇਤਰਫਲ ਤੇ ਸ਼ਕਤੀ ਦੋਨਾਂ ਰੂਪਾਂ ਵਿੱਚ ਵੱਧਦਾ ਗਿਆ। ਦੱਖਣ ਤੇ ਉੱਤਰ ਦੇ ਪਾਂਡਵ ਪੱਲਵ ਇਲਾਕੇ ਇਸ ਰਾਜ ਦਾ ਹਿੱਸਾ ਬਣ ਗਏ। ਰਾਜਪਾਲ ਪਹਿਲਾ ਜੋ ਸ਼ਕਤੀਸ਼ਾਲੀ ਚੌਲ ਸ਼ਾਸਕ ਮੰਨਿਆ ਗਿਆ ਏ 1985 ਵਿੱਚ ਰਾਜਾ ਬਣਿਆ ਤੇ ਉਸਨੇ ਇਸ ਦਾ ਜ਼ਿਆਦਾਤਰ ਖੇਤਰਾਂ ਤੇ ਆਪਣੇ ਨਿਯੰਤਰਣ ਦਾ ਵਿਸਥਾਰ ਕੀਤਾ। ਉਸਨੇ ਸਾਮਰਾਜ ਦੇ ਪ੍ਰਸ਼ਾਸਨ ਦਾ ਵੀ ਪੁਨਰਗਠਨ ਕੀਤਾ। ਰਾਜ ਦੇ ਪੁੱਤਰ ਰਾਜੇਂਦਰ ਪਹਿਲੇ ਨੇ ਉਸ ਦੀਆਂ ਨੀਤੀਆਂ ਨੂੰ ਜਾਰੀ ਰੱਖਿਆ ਤੇ ਗੰਗਾ ਘਾਟੀ, ਸ਼੍ਰੀਲੰਕਾ, ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਤੇ ਹਮਲਾ ਕੀਤਾ ਤੇ ਇਸ ਏਵਜ ਵਿੱਚ ਉਸਨੇ ਜਲ ਸੈਨਾ ਵੀ ਬਣਾਈ। ਫਿਰ ਵਿਸ਼ਾਲ ਮੰਦਰ ਤੇ ਕਾਂਸੇ ਦੀ ਮੂਰਤੀ ਕਲਾ, ਇਹਦੀ ਗੱਲ ਕਰਾਂਗੇ ਅਸੀਂ। ਰਾਜ ਦੇ ਰਾਜੇਂਦਰ ਪਹਿਲੇ ਦੁਆਰਾ ਬਣਵਾਏ ਗਏ ਤੰਜਾਵੁਰ ਤੇ ਗੰਗਈ ਭਵਨ ਨਿਰਮਾਣ ਕਲਾ ਸਥਾਪਤ ਕੈਂਡਚੋਲਮਪੁਰ ਦੇ ਵੱਡੇ ਮੰਦਰ ਤੇ ਮੂਰਤੀ ਕਲਾ ਦੀ ਦ੍ਰਿਸ਼ਟੀ ਤੋਂ ਇੱਕ ਚਮਤਕਾਰ ਹਨ। ਚੌਲ ਮੰਦਰ ਅਕਸਰ ਆਪਣੇ ਨੇੜੇ ਤੇੜੇ ਵਿਕਸਿਤ ਹੋਣ ਵਾਲੀਆਂ ਬਸਤੀਆਂ ਦੇ ਕੇਂਦਰ ਬਣ ਗਏ। ਉਹ ਸ਼ਿਲਪ ਉਤਪਾਦਨ ਦੇ ਕੇਂਦਰ ਸਨ। ਇਹ ਮੰਦਰ ਸ਼ਾਸਕਾਂ ਤੇ ਹੋਰਾਂ ਦੁਆਰਾ ਦਿੱਤੀ ਭੂਮੀ ਤੋਂ ਸੰਪੰਨ ਹੋ ਗਏ। ਇਸ ਭੂਮੀ ਦੀ ਉਪਜ ਵਿੱਚ ਸਾਰੇ ਮਾਹਿਰਾਂ ਦਾ ਨਿਰਮਾਣ ਕਰਨ ਦੀ ਖਰਚੀ ਹੁੰਦੀ ਸੀ ਜੋ ਮੰਦਰ ਦੇ ਨੇੜੇ ਤੇੜੇ ਰਹਿੰਦੇ ਸਨ। ਉਸਦੇ ਲਈ ਕੰਮ ਕਰਦੇ ਸਨ, ਜਿਵੇਂ ਪ੍ਰੋਹਿਤ, ਸਲਾਹਕਾਰ, ਬਾਵਰਚੀ, ਮੇਹਤਰ, ਸੰਗੀਤਕਾਰ, ਨਰਤਕ ਆਦਿ। ਦੂਸਰੇ ਸ਼ਬਦਾਂ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮੰਦਰ ਸਿਰਫ ਪੂਜਾ ਪਾਠ ਦੇ ਸਥਾਨ ਨਹੀਂ ਸਨ, ਉਹ ਆਰਥਿਕ, ਸਮਾਜਿਕ, ਸਾਂਸਕ੍ਰਿਤਿਕ ਜੀਵਨ ਦੇ ਕੇਂਦਰ ਵੀ ਸਨ। ਮੰਦਰ ਦੇ ਨਾਲ ਜੁੜੇ ਸ਼ਿਲਪਾਂ ਵਿੱਚੋਂ ਸਭ ਤੋਂ ਵਿਸ਼ਿਸ਼ਟ ਸੀ ਕਾਂਸੇ ਦੀਆਂ ਮੂਰਤੀਆਂ ਬਣਾਉਣ ਦਾ ਕੰਮ। ਚੌਲ ਕਾਂਸੇ ਦੀਆਂ ਮੂਰਤੀਆਂ ਸੰਸਾਰ ਦੀਆਂ ਸਭ ਤੋਂ ਉਤਕ੍ਰਿਸ਼ਟ ਕਾਂਸੇ ਦੀਆਂ ਮੂਰਤੀਆਂ ਵਿੱਚ ਗਿਣੀਆਂ ਜਾਂਦੀਆਂ ਹਨ। ਜ਼ਿਆਦਾਤਰ ਮੂਰਤੀਆਂ ਵਿੱਚ ਦੇਵੀ ਦੇਵਤਿਆਂ ਹੀ ਨਹੀਂ ਪਰੰਤੂ ਕੁਝ ਮੂਰਤੀਆਂ ਭਗਤਾਂ ਦੀਆਂ ਵੀ ਬਣਾਈਆਂ ਗਈਆਂ। ਖੇਤੀਬਾੜੀ ਤੇ ਸਿੰਚਾਈ, ਚੌਲਾਂ ਦੀਆਂ ਕਈ ਉਪਲਬਧੀਆਂ ਖੇਤੀਬਾੜੀ ਵਿੱਚ ਹੋਏ ਨਵੇਂ ਵਿਕਾਸ ਦੇ ਮਾਧਿਅਮ ਨਾਲ ਸੰਭਵ ਹੋਈਆਂ। ਕਾਵੇਰੀ ਨਦੀ ਬੰਗਾਲ ਦੀ ਖਾੜੀ ਵਿੱਚ ਮਿਲਣ ਤੋਂ ਪਹਿਲਾਂ ਕਈ ਛੋਟੀਆਂ ਸ਼ਾਖਾਵਾਂ ਵਿੱਚ ਵੰਡੀ ਜਾਂਦੀ ਹੈ। ਇਹ ਸ਼ਾਖਾਵਾਂ ਬਾਰ-ਬਾਰ ਪਾਣੀ ਸੁੱਟਦੀਆਂ ਹਨ ਜਿਸ ਨਾਲ ਕਿਨਾਰਿਆਂ ਦੇ ਉੱਪਰ ਉਪਜਾਊ ਮਿੱਟੀ ਜਮ੍ਹਾਂ ਹੁੰਦੀ ਰਹਿੰਦੀ ਹੈ। ਸ਼ਾਖਾਵਾਂ ਦਾ ਪਾਣੀ ਖੇਤੀ, ਵਿਸ਼ੇਸ਼ ਕਰਕੇ ਚੌਲਾਂ ਦੀ ਖੇਤੀ ਲਈ ਜ਼ਰੂਰੀ ਨਮੀਆਂ ਜਿਹੜੀ ਉਹ ਮੁਹੱਈਆ ਕਰਾਉਂਦਾ ਸੀ। ਹਾਲਾਂਕਿ ਤਾਮਿਲਨਾਡੂ ਦੇ ਦੂਸਰੇ ਹਿੱਸਿਆਂ ਵਿੱਚ ਖੇਤੀ ਦਾ ਪਹਿਲਾਂ ਹੀ ਵਿਕਸਿਤ ਹੋ ਚੁੱਕੀ ਸੀ। 5ਵੀਂ-6ਵੀਂ ਸਦੀ ਵਿੱਚ ਆਉਂਦੇ ਇਲਾਕੇ ਵੱਡੇ ਪੈਮਾਨੇ ਦੇ ਰੂਪ ਵਿੱਚ ਖੇਤੀ ਕਰਨ ਲੱਗੇ। ਕੁਝ ਇਲਾਕਿਆਂ ਨੂੰ ਜੰਗਲਾਂ ਨੂੰ ਸਾਫ਼ ਕੀਤਾ ਜਾਣਾ ਸੀ, ਕੁਝ ਦੂਸਰੇ ਇਲਾਕਿਆਂ ਵਿੱਚ ਜ਼ਮੀਨ ਨੂੰ ਪੱਧਰਾ ਕੀਤਾ ਜਾਣਾ ਸੀ। ਡੈਲਟਾ ਦੇ ਖੇਤਰਾਂ ਵਿੱਚ ਹੜ੍ਹ ਨੂੰ ਰੋਕਣ ਲਈ ਡੈਮ ਬਣਾਏ ਗਏ। ਪਾਣੀ ਨੂੰ ਖੇਤਾਂ ਤੱਕ ਲਿਜਾਣ ਲਈ ਨਹਿਰਾਂ ਦਾ ਨਿਰਮਾਣ ਕੀਤਾ ਗਿਆ। ਅੱਗੇ ਹੈਗਾ ਸਾਮਰਾਜ ਦਾ ਪ੍ਰਸ਼ਾਸਨ ਕਿਸ ਪ੍ਰਕਾਰ ਸੰਗਠਿਤ ਸੀ। ਕਿਸਾਨਾਂ ਦੀਆਂ ਬਸਤੀਆਂ ਕਹਾਉਂਦੀਆਂ ਸਨ। ਸੰਚਿਤ ਖੇਤੀਬਾੜੀ ਨਾਲ ਬਹੁਤ ਖੁਸ਼ਹਾਲ ਹੋ ਗਈਆਂ। ਇਸ ਤਰ੍ਹਾਂ ਉਰਾਂ ਦੇ ਸਮੂਹ ਨੂੰ ਨਾਡੂ ਕਿਹਾ ਜਾਂਦਾ ਸੀ। ਗ੍ਰਾਮ ਪ੍ਰਸਿੱਧ ਅਤੇ ਨਾਡੂ ਨਿਆਂ ਕਰਨ ਅਤੇ ਟੈਕਸ ਵਸੂਲਣ ਦੇ ਕਈ ਪ੍ਰਸ਼ਾਸਕੀ ਕਾਰਜ ਕਰਦੇ ਸਨ। ਵੇਲਾਲ ਜਾਤੀ ਦੇ ਧਨੀ ਕਿਸਾਨਾਂ ਨੂੰ ਕੇਂਦਰੀ ਚੌਲ ਸਰਕਾਰ ਦੀ ਦੇਖ ਰੇਖ ਵਿੱਚ ਨਾਡੂ ਦਾ ਕੰਮ ਕਾਜ ਚੰਗਾ ਖਾਸਾ ਨਿਯੰਤਰਣ ਹਾਸਲ ਕੀਤਾ। ਉਹਨਾਂ ਵਿੱਚੋਂ ਧਨੀ ਭੂਸਵਾਮੀਆਂ ਨੂੰ ਚੌਲ ਰਾਜਿਆਂ ਦੇ ਸਨਮਾਨ ਦੇ ਰੂਪ ਵਿੱਚ ਮੁੰਬੇ ਦੇ ਵੇਲਨ, 3 ਰਾਜਿਆਂ ਨੇ ਆਪਣੀ ਸਭਾਵਾਂ ਪ੍ਰਦਾਨ ਕਰਨ ਵਾਲਾ ਵੇਲਨ ਜਾਂ ਕਿਸਾਨ, ਅਰੀਆਰ ਵਰਗੀਆਂ ਉਪਾਧੀਆਂ ਦਿੱਤੀਆਂ ਤੇ ਕੇਂਦਰਾਂ ਵਿੱਚ ਮਹੱਤਵਪੂਰਨ ਰਾਜਕੀ ਅਹੁਦੇ ਸੌਂਪੇ।